Morning to all of you once again. I'm Professor Ratneshpal Singh from Department of Management Studies, Mata Gujri College, Fatehgarh Sahib. ਆਪਾਂ ਪਿੱਛੇ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਆਪਾਂ ਉਸ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ। ਪਹਿਲਾਂ ਪਿਛਲੇ ਫਸਟ ਮੋਡਿਊਲ ਆਪਾਂ ਕੀਤਾ ਸੀਗਾ ਪਬਲਿਕੇਸ਼ਨ ਐਥਿਕਸ ਮੋਡਿਊਲ 1। ਹੁਣ ਆਪਾਂ ਇਸੇ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ। ਇਸ ਆਪਾਂ ਮੋਡਿਊਲ 2 ਸਟੱਡੀ ਕਰਾਂਗੇ, ਜਿਸ ਦੇ ਵਿੱਚ ਥੋੜੇ ਆਪਾਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਸਟੱਡੀ ਕਰਨਾ ਹੈ। ਸੋ ਸਟਾਰਟਿੰਗ ਵਿਦ the slide 1, the best practices, standards, setting, initiative and the guidelines. The Committee on the Publication Ethics Scope, the Directory of the Open Access Journals, the Open Access Scholarly Publishers Association, and the World Association of Medical Editors are scholarly organizations. These organizations have collaborated to identify principles of transparency and best practices for scholarly publications, and to clarify that these principles form the basis of the criteria by which suitability for the membership is assessed. ਇਹ ਕੁਝ organizations ਹੈ ਜਿਹੜੀਆਂ worldwide known ਹੈ। ਇਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਕੁਝ ਪ੍ਰਿੰਸੀਪਲਸ ਨੂੰ ਆਇਡੈਂਟੀਫਾਈ ਕੀਤਾ ਹੈ ਵੀ ਆਪਾਂ ਕਿਵੇਂ ਆਪਣੇ ਰਿਸਰਚ ਦੇ ਵਰਕ ਦੇ ਵਿੱਚ ਪ੍ਰੋਪਰ ਐਥਿਕਸ ਜਾਂ ਟਰਾਂਸਪੇਰੈਂਸੀ ਜਿਹੜੀ ਆ ਉਹ ਲੈ ਕੇ ਆ ਸਕਦੇ ਆ। ਇਹਨਾਂ ਨੇ ਕੁਝ ਪ੍ਰਿੰਸੀਪਲਸ ਨੂੰ ਡਿਫਾਈਨ ਕੀਤਾ ਹੈ ਵੀ ਜੇ ਉਹ ਪ੍ਰਿੰਸੀਪਲਸ ਉਸ ਆਪਣੇ ਰਿਸਰਚ ਵਰਕ ਦੇ ਵਿੱਚ ਆ ਜਾਂਦੇ ਹੈ ਤਾਂ ਉਸਦਾ ਮਤਲਬ ਇਹ ਹੈ ਵੀ ਆਪਣਾ ਜਿਹੜਾ ਕੰਮ ਹੈ ਪ੍ਰੋਪਰ ਟਰਾਂਸਪੇਰੈਂਸੀ ਨਾਲ ਹੋਇਆ ਹੋਇਆ ਔਰ ਪ੍ਰੋਪਰ ਐਥਿਕਸ ਨੂੰ ਉਹ ਫੋਲੋ ਕਰਦਾ ਹੈ। ਇਹਨਾਂ ਦਾ ਏਮ ਕੀ ਹੈ? ਥੀਸ ਗਾਈਡਲਾਈਨਸ are intended to be advisory rather than the prospective, and to evolve over time, that they will be disseminated widely, endorsed by the editors and redefined by those who use them. पहली चीज ਇਹ intended to be advisory ਹੈ। ਉਹ ਜਿਹੜੀਆਂ time to time ਅਲੱਗ-ਅਲੱਗ ਆਪਾਂ ਨੂੰ ਐਡਵਾਈਜ਼ਸ ਦਿੰਦੀਆਂ ਰਹਿੰਦੀਆਂ, ਸੁਜੈਸ਼ਨਸ ਦਿੰਦੀਆਂ ਰਹਿੰਦੀਆਂ ਵੀ ਇਸ ਦੇ ਵਿੱਚ ਕੀ ਚੀਜ਼ ਹੋਣੀ ਚਾਹੀਦੀ ਹੈ, ਕੀ ਚੀਜ਼ ਨਹੀਂ ਹੋਣੀ ਚਾਹੀਦੀ। ਐਂਡ ਜਿਹੜੀ ਵਰਲਡ ਵਾਈਡ ਮੰਨੀ ਜਾਂਦੀ ਹੈ ਔਰ ਐਂਡੋਸ ਹੁੰਦੀ ਹੈ ਐਡੀਟਰਸ ਦੇ ਬਾਰੇ, ਉਹਨੂੰ ਰਿਫਾਈਨਡ ਵੀ ਕੀਤਾ ਜਾ ਸਕਦਾ ਜਿਹੜੇ ਉਸਨੂੰ ਯੂਜ਼ ਕਰਦੇ ਆ। ਹੋ ਸਕਦਾ ਉਹਦੇ ਵਿੱਚ ਕੋਈ ਚੀਜ਼ ਰਹਿ ਗਈ ਹੋਵੇ, ਠੀਕ ਹੈ ਨਾ। ਜਿਵੇਂ ਜਿਵੇਂ ਬੰਦੇ ਇਸ ਅੱਗੇ ਵਧੀ ਜਾਂਦੇ ਆ ਰਿਸਰਚ ਦੇ ਵਿੱਚ, ਅੱਗੇ ਕੰਮ ਕਰੀ ਜਾਂਦੇ ਆ, ਤਾਂ ਨਵੇਂ ਤੋਂ ਨਵੀਆਂ ਉਸਦੇ ਵਿੱਚ ਚੀਜ਼ਾਂ ਆ ਜਾਂਦੀਆਂ। ਇਹ ਵੀ ਉਹਨੂੰ ਵਾਪਸ ਉਹ ਰਿਫਾਈਨਡ ਵੀ ਕਰਦੇ ਰਹਿੰਦੇ ਆ ਵੀ ਉਸ ਇਹ ਚੀਜ਼ ਸੀ ਨਹੀਂ ਸੀ, ਆਪਾਂ ਨੂੰ ਦੁਬਾਰਾ ਹੋਰ ਪਾ ਲਈ। ਇਹ ਚੀਜ਼ਾਂ ਉਸਦੇ ਵਿੱਚ ਚੱਲਦੀਆਂ ਰਹਿੰਦੀਆਂ ਤਾਂ ਜੋ ਆਪਣੇ ਜਿਹੜੇ ਪ੍ਰਿੰਸੀਪਲਸ ਆ ਇੱਕ ਬੈਟਰ ਵੇ ਦੇ ਨਾਲ ਡਿਫਾਈਨ ਹੋ ਸਕਣ। Then ਆਪਣੇ ਕੋਲ ਆਉਂਦਾ ਕਮੇਟੀ ਔਨ ਪਬਲਿਕੇਸ਼ਨ ਐਥਿਕਸ ਸਕੋਪ, ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ। The Committee on the Publication Ethic has articulated very detailed notes on ethical practices expected of the authors, editor, reviewers and the publishers. ਇਸ ਆਰਗੇਨਾਈਜੇਸ਼ਨ ਨੇ ਅਲੱਗ-ਅਲੱਗ ਆਥਰਸ ਦੇ ਲਈ, ਐਡੀਟਰਸ ਦੇ ਲਈ, ਰਿਵਿਊਅਰਸ ਦੇ ਲਈ ਤੇ ਇਵਨ ਪਬਲਿਸ਼ਰਸ ਦੇ ਲਈ ਵੀ ਕੁਝ ਪ੍ਰਿੰਸੀਪਲਸ ਨੂੰ ਡਿਫਾਈਨ ਕੀਤਾ ਜਿਹੜੇ ਅਸੈਪਟਡ ਹੈ, ਸਾਰੇ ਪਾਸੇ ਅਸੈਪਟਡ ਹੈ। ਇਹਨਾਂ ਨੇ ਸਾਰੇ ਨੂੰ ਅਲੱਗ-ਅਲੱਗ ਕੈਟੇਗਰੀ 'ਚ ਡਿਫਾਈਨ ਕਰਤਾ ਵੀ ਆਥਰਸ ਦੇ ਕੀ ਹੈ, ਐਡੀਟਰਸ ਦੇ ਕੀ ਹੈ, ਰਿਵਿਊਅਰਸ ਦੇ ਕੀ ਹੈ ਤੇ ਪਬਲਿਸ਼ਰਸ ਦੇ ਕੀ ਹੈ। Then work areas of COPE are as follows. The COPE provides advice to the editors and publishers on all the aspects of publication ethics, and in particular how to handle the cases of research and publication misconduct. ਇਹ ਐਡੀਟਰਸ ਨੂੰ, ਪਬਲਿਸ਼ਰਸ ਨੂੰ ਹਰੇਕ ਚੀਜ਼ ਦੇ ਉੱਤੇ ਐਡਵਾਈਸ ਦਿੰਦੀ ਰਹਿੰਦੀ ਹੈ ਪਬਲਿਕੇਸ਼ਨ ਐਥਿਕਸ 'ਚ ਕੀ ਹੋਣਾ ਚਾਹੀਦਾ ਹੈ, ਕੀ ਨਹੀਂ ਹੋਣਾ ਚਾਹੀਦਾ। ਔਰ ਜਿਹੜੇ ਕੋਈ ਰਿਸਰਚ ਦੇ ਵਿੱਚ ਕੋਈ ਮਿਸਕੰਡਕਟ ਦੇ ਕੇਸਿਸ ਆਉਂਦੇ ਉਹਨਾਂ ਨੂੰ ਹੈਂਡਲ ਕਿਵੇਂ ਕਰਨਾ ਹੈ ਉਹ ਚੀਜ਼ ਵੀ ਦੱਸਦੇ ਰਹਿੰਦੇ ਵੀ ਜੇ ਕੋਈ ਪ੍ਰੋਬਲਮ ਆ ਗਈ ਤਾਂ ਉਸ ਪ੍ਰੋਬਲਮ ਨੂੰ ਹੈਂਡਲ ਕਿਵੇਂ ਕਰਨਾ। ਇਕੱਲਾ ਇਹ ਨਹੀਂ ਵੀ ਐਡਵਾਈਸ ਨਹੀਂ ਦਿੱਤੀ ਵੀ ਆਹ ਹੋਣਾ ਚਾਹੀਦਾ, ਜੇ ਹੋ ਗਿਆ, ਜੇ ਕੁਝ ਗਲਤ ਹੋ ਗਿਆ ਤੁਹਾਨੂੰ ਠੀਕ ਕਿਵੇਂ ਕਰਨਾ, ਇਸ ਦੇ ਬਾਰੇ ਵੀ ਦੱਸਦੇ ਆ ਇਹ। ਇਟ ਆਲਸੋ ਪ੍ਰੋਵਾਈਡਸ ਅ ਫਾਰਮ ਫॉर ਇਟਸ ਮੈਂਬਰ ਟੂ ਡਿਸਕਸ ਇੰਡੀਵਿਜੂਅਲ ਕੇਸਿਸ। ਜਿਹੜੇ ਕੁਝ ਜੇ ਕੋਈ ਇੰਡੀਵਿਜੂਅਲ ਕੇਸਿਸ ਆ ਜਾਂਦੇ ਆ ਤਾਂ ਉਸ ਦੇ ਲਈ ਵੀ ਇਹ ਫਾਰਮ ਪ੍ਰੋਵਾਈਡ ਕਰਦੇ ਆ, ਮੀਨਸ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੇ ਆ। The COP does not investigate the individual cases but encourages the editors to ensure that the cases are investigated by the appropriate authorities. ਇਹ ਇੰਡੀਵਿਜੂਅਲ ਕੇਸਿਸ ਨਹੀਂ ਬਟ ਐਡੀਟਰ ਨੂੰ ਹੀ ਇਨਸ਼ੋਰ ਕਰਦੀ ਹੈ ਵੀ ਜਿਹੜਾ ਤੁਸੀਂ ਕੰਮ ਹੈ that must be investigated by the appropriate authority, usually a research institution or the employer, ਉਸ ਤੋਂ ਪ੍ਰੋਪਰ ਇਨਵੈਸਟੀਗੇਟ ਹੋਇਆ ਪਿਆ ਹੋਵੇ। All the COP members are expected to apply COP principles of the publication ethics outlined in the core practices. ਜੋ ਵੀ practices ਦੇ ਵਿੱਚ principles ਲਿਖੇ ਹੋਏ ਹੈ, COP expect ਕਰਦੀ ਹੈ ਵੀ ਉਸਦੇ ਜਿਹੜੇ ਵੀ members ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹਨਾਂ ਸਾਰੇ principles ਨੂੰ ਉਹ ਅਪਲਾਈ ਕਰਨਗੇ, ਫੋਲੋ ਕਰਨਗੇ ਅੱਗੇ ਕੰਮ ਨੂੰ, ਰਿਸਰਚ ਨੂੰ ਫਾਈਂਡ ਆਊਟ ਕਰਨ ਦੇ ਲਈ, ਰਿਸਰਚ ਨੂੰ ਠੀਕ ਤਰੀਕੇ ਦੇ ਨਾਲ ਫਾਈਂਡ ਆਊਟ ਕਰਨ ਦੇ ਲਈ ਜਾਂ ਰਿਸਰਚ ਨੂੰ ਠੀਕ ਤਰੀਕੇ ਨਾਲ ਕਰਨ ਦੇ ਲਈ। Then why the guidelines were developed? ਹੁਣ ਇਹ ਗਾਈਡਲਾਈਨਸ ਬਣਾਈਆਂ ਕਿਉਂਕਿ ਲੋੜ ਪਈ ਹੈ ਆਪਾਂ ਨੂੰ ਰਿਸਰਚ ਦੇ ਵਿੱਚ ਐਥਿਕਸ ਦੀ। ਜਿਵੇਂ ਕੰਮ ਚੱਲ ਰਿਹਾ ਚੱਲਣ ਦੋ ਨਹੀਂ,
The COP was founded in 1997 to address the breaches of the research and the publication ethics. A voluntary body providing a discussion forum and advice for the editors, it aims to find the practical ways of dealing with the issues and to develop the good practices. ਇੱਕ ਵੋਲੰਟਰੀ ਬੋਡੀ ਬਣਾਈ ਗਈ ਸੀ ਜਿਹੜੀ ਐਡਵਾਈਸ ਕਰਦੀ ਹੈ ਐਡੀਟਰਸ ਨੂੰ, ਤਾਂ ਜੋ ਜੇ ਕੋਈ ਇਸ਼ੂਜ਼ ਆ ਰਹੇ ਹੈ, ਮਿਸਕੰਡਕਟ ਦੇ ਇਸ਼ੂਜ਼ ਆ ਰਹੇ, ਉਹਨਾਂ ਨੂੰ ਆਪਾਂ ਡੀਲ ਕਿਵੇਂ ਕਰਨਾ, ਉਹਨਾਂ ਨੂੰ ਕਿਵੇਂ ਡੀਲ ਕਰਨਾ ਤੇ ਗੁੱਡ ਪ੍ਰੈਕਟਿਸਿਸ ਨੂੰ ਕਿਵੇਂ ਆਪਾਂ ਉਸ ਦੇ ਵਿੱਚ ਡਿਵੈਲਪ ਕਰਨਾ। ਕੱਲਾ ਇਹੀ ਨਹੀਂ ਵੀ ਦਵਾਈ ਨਹੀਂ ਦੇਣੀ, ਇਲਾਜ ਵੀ ਪ੍ਰੋਪਰ ਪੂਰਾ ਉਸ ਚੀਜ਼ ਦਾ ਕਰਨਾ। ਕੱਲਾ ਇਹ ਵੀ ਨਹੀਂ ਕਰਨਾ ਵੀ ਹਾਂਜੀ ਇਹ ਤੁਹਾਨੂੰ ਸਿਰਫ ਇਹ ਦੱਸ ਦੇ ਵੀ ਹਾਂਜੀ ਇਸ 'ਚ ਕੋਈ ਖਰਾਬੀ ਹੈ, ਨਹੀਂ, ਖਰਾਬੀ ਕਿਉਂ ਹੈ ਇਹ ਵੀ ਚੀਜ਼ ਦੱਸ ਰਹੇ, ਔਰ ਉਸ ਚੀਜ਼ ਨੂੰ ਖਰਾਬੀ ਨੂੰ ਠੀਕ ਕਿਵੇਂ ਕਰਨਾ ਹੈ ਇਹ ਚੀਜ਼ ਵੀ ਦੱਸ ਰਹੇ। It found essential to attempt to define best practices in the ethics of the publication. Publications ਦੇ ਵਿੱਚ ethics ਨੂੰ define ਕਰਨਾ ਇੱਕ ਬਹੁਤ important ਚੀਜ਼ ਹੈ। These guidelines should be useful for authors, editors, editorial board members, readers, owner of the journals and then the publishers. ਇਹ guidelines ਸਾਰਿਆਂ ਲਈ ਜ਼ਰੂਰੀ ਹੈ, ਚਾਹੇ ਕੋਈ author ਹੈ, ਚਾਹੇ ਕੋਈ editor ਹੈ, ਚਾਹੇ ਕੋਈ editorial board ਦੇ ਬੰਦੇ ਹੈ, ਚਾਹੇ readers ਹੈ, ਚਾਹੇ owners of the journal ਕਿਉਂ ਨਹੀਂ ਹੈ, ਚਾਹੇ publishers ਹੈ, ਜੋ ਮਰਜ਼ੀ ਹੈ, ਸਭ ਦੇ ਲਈ guidelines ਜ਼ਰੂਰੀ ਹੈ। Intellectual honesty should have actively encouraged in all the courses of study and used to inform publication ethics and prevent the misconduct. ਜਿਹੜੀ honesty ਹੈ ਉਹ ਹਰੇਕ ਜਗ੍ਹਾ 'ਚ encourage ਕਰਨੀ ਚਾਹੀਦੀ ਹੈ, ਕੋਈ ਵੀ course of field of study ਹੈ, ਹਰੇਕ ਜਗ੍ਹਾ ਤੇ ਉੱਪਰ ਆਪਾਂ ਨੂੰ honesty ਨੂੰ encourage ਕਰਨਾ ਪਏਗਾ, ਤਾਂ ਹੀ ਆਪਣੇ ਕੋਲ ethics ਵੀ ਆਣਗੇ ਤੇ ਆਪਾਂ misconduct ਨੂੰ ਰੋਕ ਸਕਾਂਗੇ। It is with that in mind that these guidelines have been produced. ਇਹ ਚੀਜ਼ਾਂ ਸੋਚਣ ਤੋਂ ਬਾਅਦ ਹੀ ਅਸੀਂ ਇਹਨਾਂ ਗਾਈਡਲਾਈਨਸ ਨੂੰ ਬਣਾਇਆ ਸੀ। Then ਆਪਣੇ ਕੋਲ ਆਉਂਦਾ some general guidelines on the ethical practices that should be followed in the course of a publication are discussed here. ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ authors ਦੇ contributors ਦਾ। As advised by the COPE, an author should have contributed to the manuscript in at least one or more of the following ways. COPE ਕਹਿੰਦਾ ਵੀ author ਕੌਣ ਹੈ, ਜਿਹਨੇ ਆਹ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਕੀਤਾ ਹੈ। Significant contributions, ਬਹੁਤ ਵਧੀਆ contributions ਕੀਤੀਆਂ ਰਿਸਰਚ ਵਰਕ ਦੇ ਵਿੱਚ, acquisitions, analysis, interpretation of data ਕੀਤਾ ਹੈ, collect ਕੀਤਾ ਹੈ ਵਰਕ ਦੇ ਵਿੱਚ, ਕੰਮ ਕਰਨ ਲੱਗੇ ਡਾਟਾ ਨੂੰ collect ਕੀਤਾ, analysis ਕੀਤਾ, ਫਿਰ ਉਹਦੀ interpretation ਕੀਤੀ, ਫਿਰ drafting, editing the work or revising it critically and thus contributing important to the intellectual content, ਫਿਰ ਸਾਰੇ ਨੂੰ draft ਕੀਤਾ, edit ਕੀਤਾ ਜੇ ਕੋਈ ਚੀਜ਼ ਚਾਹੀਦੀ ਸੀ ਤਾਂ ਉਸ ਇਹ ਬੰਦੇ ਇਹ ਚੀਜ਼ ਸਾਰੀਆਂ ਜਿਹੜਾ ਜੋ ਇਹ ਬੰਦਾ ਇਹ ਸਾਰੀਆਂ ਚੀਜ਼ਾਂ ਕਰੇਗਾ ਉਹਨੂੰ ਅਸੀਂ ਐਜ਼ ਆਥਰ ਉਹਨੂੰ ਕਹਿੰਦੇ ਆ ਵੀ ਆਥਰ ਨੂੰ ਆ ਕੁਝ ਹੁਣ ਕਰਨਾ ਚਾਹੀਦਾ। In a multi-author publications, however, it becomes necessary to clearly identify contribution of each author so that their responsibilities can be defined. ਜੇ ਆਪਾਂ for example ਕੋਈ multi-author ਹੈ, ਕਈ ਵਾਰੀ ਆਪਾਂ ਰਿਸਰਚ ਵਰਕ ਕਰਦੇ ਹਾਂ, ਇੱਕ author ਨਹੀਂ ਹੁੰਦਾ, 2 ਜਾਂ 3 authors ਹੁੰਦੇ ਆ, ਠੀਕ ਹੈ। ਉਸ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਬਣ ਜਾਂਦਾ ਵੀ ਉਹ ਕਲੀਅਰਲੀ ਡਿਫਾਈਨਡ ਕਰੋ ਕਿ ਇਸ ਬੰਦੇ ਨੇ ਕਿਹੜਾ ਕੰਮ ਕੀਤਾ ਸੀ, ਤਾਂ ਜੋ ਆਪਾਂ ਰਿਸਪੌਂਸਿਬਿਲਿਟੀ ਨੂੰ ਡਿਫਾਈਨਡ ਕਰ ਸਕੀਏ। ਫੋਰ ਐਗਜ਼ਾਮਪਲ ਇੱਕ ਬੁੱਕ ਹੈ, ਇੱਕ ਬੁੱਕ ਦੇ ਵਿੱਚ 10 ਚੈਪਟਰ ਹੈ, ਠੀਕ ਹੈ, ਉਸ 'ਚ 5 ਇੱਕ ਆਥਰ ਨੇ ਲਿਖੇ, 5 ਇੱਕ ਆਥਰ ਨੇ ਲਿਖੇ, ਤਾਂ ਆਪਾਂ ਡਿਫਾਈਨ ਕਰ ਸਕੀਏ ਵੀ ਜੇ ਪਹਿਲੇ 5 ਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਕੁਝ ਹੋ ਗਿਆ ਤਾਂ ਕੌਣ ਰਿਸਪੌਂਸਿਬਲ ਹੈ, ਸੈਕਿੰਡ ਦੇ ਵਿੱਚ ਜੇ ਕੋਈ ਪ੍ਰੋਬਲਮ ਆ ਗਈ, ਸੈਕਿੰਡ ਪਾਰਟ 'ਚ ਕੋਈ ਪ੍ਰੋਬਲਮ ਆ ਗਈ ਤਾਂ ਉਸ 'ਚ ਕੌਣ ਰਿਸਪੌਂਸਿਬਲ ਹੈ, ਇਹ ਚੀਜ਼ ਨੂੰ ਆਪਾਂ ਡਿਫਾਈਨ ਕਰਨਾ। In such publications, all the authors, however, the following collective responsibilities, ਇਹ ਚੀਜ਼ ਹੋਣੀ ਚਾਹੀਦੀ ਹੈ ਕੋਈ ਵੀ ਹੈ, to be accountable for all the aspects of the work to ensure that questions related to the accuracy or the integrity of any part of the work are appropriately investigated and resolved. ਜੇ ਕੁਝ ਵੀ accuracy or integrity ਦੇ regarding ਕੁਝ ਵੀ questions ਆਉਂਦੇ ਹੈ, that must be investigated and resolved, proper way ਨਾਲ ਉਹਦੀ investigation ਹੋਏ ਔਰ proper way ਦੇ ਨਾਲ ਉਹ resolve ਹੋਣ ਸਾਰੇ। Final approval of the version to be published, ਜਿਹੜਾ ਇੱਕ final version ਹੈ ਜੋ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ, ਸਾਰੇ ਬੈਕਲੌਗਸ ਨੂੰ ਖਤਮ ਕਰਨ ਤੋਂ ਬਾਅਦ, ਸਾਰੇ ਡਰਾਬੈਕਸ ਨੂੰ ਖਤਮ ਕਰਨ ਤੋਂ ਬਾਅਦ, ਸਾਰੀਆਂ ਮਿਸਕਨਡਕਟਸ ਨੂੰ ਖਤਮ ਕਰਨ ਤੋਂ ਬਾਅਦ ਉਸ 'ਚ ਉਹ ਫਾਈਨਲ ਹੀ ਪਬਲਿਸ਼ ਹੋਣੀ ਚਾਹੀਦੀ ਹੈ। Each author should be able to identify which co-authors are responsible for which specific part of the work. ਜਿਵੇਂ ਆਪਾਂ ਉੱਪਰ ਹੀ ਕਰਕੇ ਆਏ ਹਾਂ, ਹਰੇਕ author should be able to identify which co-authors are responsible for which specific part of the work. ਕਿਹੜੇ co-author ਨੇ ਕਿਹੜਾ ਕੰਮ ਕੀਤਾ, ਇਹ ਈਜ਼ੀਲੀ ਆਪਾਂ ਆਇਡੈਂਟੀਫਾਈ ਹਰੇਕ author ਕਰ ਸਕੇ। ਵੀ ਮੇਰੇ ਫॉर ਐਗਜ਼ਾਮਪਲ ਜੇ ਮੈਂ ਕੋਈ ਰਿਸਰਚ ਵਰਕ ਕਰ ਰਿਹਾ, ਮੇਰੇ ਨਾਲ ਜਿੰਨੇ ਬੰਦੇ ਹੈ 3 ਜਾਂ 4 ਬੰਦੇ ਜੁੜੇ ਹੋਏ ਹੈ, ਮੈਂ ਜੋ ਉਹਨਾਂ ਨੂੰ ਕੰਮ ਦਿੱਤਾ ਮੈਂ ਉਸਨੂੰ ਈਜ਼ੀਲੀ ਆਇਡੈਂਟੀਫਾਈ ਕਰ ਸਕਾਂ ਵੀ ਰਿਵਿਊ ਲਿਟਰੇਚਰ ਤੂੰ ਕਰਕੇ ਆਣਾ ਸੀ, ਡਾਟਾ ਤੂੰ ਫਾਈਂਡ ਆਊਟ ਕਰਕੇ ਆਣਾ ਸੀਗਾ, ਐਨਾਲਿਸਿਸ ਇੱਕ ਤੀਜੇ ਬੰਦੇ ਨੇ ਐਨਾਲਿਸਿਸ ਕਰਨਾ ਸੀ, ਇੰਟਰਪ੍ਰੀਟੇਸ਼ਨ ਕਿਸੇ ਹੋਰ ਬੰਦੇ ਨੇ ਕਰਨੀ ਸੀ। ਇਹ ਸਾਰੀਆਂ ਚੀਜ਼ਾਂ ਮੈਨੂੰ ਪਤਾ ਹੋਣੀ ਚਾਹੀਦੀਆਂ ਵੀ ਕਿਸ ਬੰਦੇ ਨੇ ਕਿਹੜੀ ਰਿਸਪੌਂਸਿਬਿਲਿਟੀ ਦਾ ਕੰਮ ਕਰਨਾ ਹੈ। ਦੈਨ ਅਨਡਿਜ਼ਾਇਰੇਬਲ ਆਥਰਸ਼ਿਪਸ ਆਪਣੇ ਕੋਲ ਆ ਜਾਂਦੀਆਂ।
इस किस तरह की होंगी? गेस्ट ऑथरशिप, ऑनररी ऑफ द गिफ्ट और गिफ्ट ऑथरशिप, घोस्ट ऑथरशिप, एनोमस ऑथरशिप एंड द सैरोगेट ऑथरशिप। पहली गेस्ट ऑथरशिप, it is defined as the authorship based on exclusive on the belief on the part of the other authors that addition of particular name as a co-author may improve the chances of work getting expected for publication। ਕਈ ਵਾਰੀ ਕੀ ਹੁੰਦਾ, ਆਪਣੇ ਦਿਮਾਗ 'ਚ ਇੱਕ ਮਿਸਪਰਸੈਪਸ਼ਨ ਜੀ ਹੁੰਦੀ ਹੈ ਵੀ ਜੇ ਮੈਂ ਕੋਈ ਕੰਮ ਕਰ ਰਿਹਾ, ਫੋਰ ਐਗਜ਼ਾਮਪਲ ਜੇ ਮੈਂ ਮਾਰਕੀਟਿੰਗ ਦਾ ਕੰਮ ਕਰ ਰਿਹਾ, ਤਾਂ ਜੇ ਫੋਰ ਐਗਜ਼ਾਮਪਲ ਮੈਂ ਮਾਰਕੀਟਿੰਗ ਦੇ ਉੱਪਰ ਕੋਈ ਰਿਸਰਚ ਪੇਪਰ ਲਿਖਿਆ ਜਾਂ ਮੈਂ ਮਾਰਕੀਟਿੰਗ ਦੇ ਉੱਪਰ ਕੋਈ ਵਧੀਆ ਇੱਕ ਬੁੱਕ ਲਿਖ ਦਿੱਤੀ, ਤਾਂ ਇੱਕ ਮਿਸਪਰਸੈਪਸ਼ਨ ਹੈ ਵੀ ਜੇ ਮੈਂ ਇਸ ਦੇ ਵਿੱਚ ਕਿਸੇ ਸੀਨੀਅਰ ਟੀਚਰ ਦਾ ਨਾਮ ਪਾ ਦਾਂਗਾ ਜਿਹਦਾ ਜਿਹੜਾ ਨੋਨ ਹੈ ਸਾਰੇ ਪਾਸੇ, ਤਾਂ ਮੇਰਾ ਕੰਮ ਜਿਹੜਾ ਈਜ਼ੀਲੀ ਅਸੈਪਟ ਹੋ ਜਾਏਗਾ। ਕੰਮ ਤੁਹਾਡੀ ਕੁਆਲਿਟੀ ਦੇ ਬੇਸਿਸ ਦੇ ਉੱਪਰ ਅਸੈਪਟ ਹੋਣਾ ਹੈ, ਨਾ ਕਿ ਕਿਸੇ ਗੈਸਟ ਆਥਰਸ਼ਿਪ ਦੇ ਨਾਲ। ਇਸ ਚੀਜ਼ ਦਾ ਧਿਆਨ ਰੱਖੋ। ਇੱਕ ਅਨਐਥੀਕਲ ਹੈ, ਜਿਸ ਬੰਦੇ ਨੇ ਕੰਮ ਹੀ ਨਹੀਂ ਕੀਤਾ ਤੁਸੀਂ ਉਹਦਾ ਨਾਮ ਕਿਵੇਂ ਵਿੱਚ ਪਾ ਦੋਗੇ? ਕਲੀਅਰ? ਜੋ ਕੰਮ ਤੁਸੀਂ ਕਰ ਰਹੇ ਹੋ ਤੁਹਾਡੀ ਕੁਆਲਿਟੀ ਦੇ ਬੇਸਿਸ ਦੇ ਉੱਪਰ, ਤੁਹਾਡੀ ਕੁਆਲਿਟੀ ਦੇ ਬੇਸਿਸ ਦੇ ਉੱਪਰ ਤੁਸੀਂ ਕਿੰਨਾ ਐਥੀਕਲ ਕੰਮ ਕੀਤਾ, ਉਸ ਦੇ ਬੇਸਿਸ ਦੇ ਉੱਪਰ ਉਹ ਅਸੈਪਟ ਹੋਣੀ ਹੈ। ਦੈਨ ਆਨਰਰੀ ਆਫ ਦਾ ਗਿਫਟ ਆਥਰਸ਼ਿਪ, ਕਈ ਵਾਰੀ ਆਪਾਂ ਕੀ ਕਹਿੰਦੇ, ਇੱਕ ਵਰਡ ਯੂਜ਼ ਕਰਦੇ ਹਾਂ ਚਮਚਾਗਿਰੀ, ਬਟਰਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਨਾ। ਆਪਾਂ ਆਪਣੇ ਪ੍ਰਿੰਸੀਪਲ ਦਾ ਨਾਮ ਪਾਤਾ, ਆਪਣੇ ਐਚਓਡੀ ਦਾ ਨਾਮ ਪਾਤਾ, ਆਪਣੇ ਕਿਸੇ ਸੀਨੀਅਰ ਦਾ ਨਾਮ ਪਾਤਾ, ਮੇਰੀ ਨਾਲ ਵਿਗੜੇ ਨਾ, ਉਹ ਆਨਰਰੀ ਗਿਫਟ ਆਥਰਸ਼ਿਪ ਹੋ ਗਿਆ। ਬਈ ਇਹਨੇ ਜਦੋਂ ਕੁਝ ਕੰਮ ਹੀ ਨਹੀਂ ਕੀਤਾ, ਕਿਸ ਚੀਜ਼ ਕਰਕੇ ਉਹਨੂੰ ਆਪਾਂ ਆਨਰ ਕਰਨਾ ਜਾਂ ਗਿਫਟ ਦੇਣਾ? ਸੋ ਇਹ ਵੀ ਇਲੀਗਲ ਹੈ। Ghost authorships, in this case, although the persons participated in the research, data analysis, or the writing of manuscript, they are not listed as authors in the manuscript, or while filling a patent application, it is unethical to exclude names of the persons who have, by general principles, to be included by as authors। ਹੁਣ ਕਿਸੇ ਬੰਦੇ ਨੇ ਕੰਮ ਕੀਤਾ, ਆਪਾਂ ਉਹਦਾ ਕੰਮ ਹੀ ਨਹੀਂ ਪਾਉਂਦੇ ਵਿੱਚ, ਅਨਐਥੀਕਲ ਹੈ। ਜਿਸ ਬੰਦੇ ਨੇ ਜਿਹੜਾ ਕੰਮ ਕੀਤਾ ਉਸਦਾ ਨਾਮ ਉਸ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। Then anonymous authorship, since the authorship has to be transparent and requires accountability, it is improper to use fictitious names or to the publish scientific articles anonymously। ਹੁਣ ਇਹਨੂੰ ਪਤਾ ਹੈ ਵੀ ਇਹ ਟ੍ਰਾਂਸਪੇਰੈਂਟ ਹੋਣੀ ਚਾਹੀਦੀ ਹੈ, ਕਿਸੇ ਹੋਰ ਦਾ ਹੀ ਨਾਮ ਪਾ ਦਿਓ, ਗਲਤ ਨਾਮ ਤੇ ਪਬਲਿਸ਼ ਕਰ ਦਿਓ, ਇਹ ਕੰਮ ਵੀ ਨਹੀਂ ਹੋਣਾ ਚਾਹੀਦਾ। ਕੋਈ ਅਜੀਬ ਜਿਹਾ ਨਾਮ ਬਣਾ ਕੇ ਉਸ ਚੀਜ਼ ਨੂੰ ਪਬਲਿਸ਼ ਕਰ ਦਿਓ, ਨਹੀਂ, ਇਹ ਵੀ ਗਲਤ ਹੈ। Surrogate authorships, these are the instances where manuscripts are written or got written by someone else without any original data of one's own। Such papers are often published in a bogus predatory or the bogus journals। These acts are unethical and the illegal। ਕਈ ਵਾਰੀ ਕੀ ਬੰਦੇ ਅੱਜ ਕੱਲ ਕਈ ਏਜੰਸੀਜ਼ ਖੁੱਲੀਆਂ ਹੋਈਆਂ ਨੇ, ਸਾਡੇ ਬਿਹਾਫ ਤੇ ਪੇਪਰ ਵੀ ਲਿਖ ਦਿੰਦੇ ਆ, ਪੇਪਰ ਪਬਲਿਸ਼ ਵੀ ਕਰ ਦਿੰਦੇ ਆ, ਠੀਕ ਹੈ ਨਾ। ਉਹ ਕਿਸੇ ਹੁੰਦਾ ਜਿਹੜੇ ਬੋਗਸ ਜਰਨਲਸ ਹੁੰਦੇ ਆ, ਕਲੋਨ ਜਰਨਲਸ ਨੂੰ ਜਿਹੜਾ ਬਹੁਤ ਪਿੱਛੇ ਚੱਲਦਾ ਹੈ। ਤਾਂ ਹੀ ਯੂਜੀਸੀ ਨੇ ਕੇਅਰ ਲਿਸਟ ਕੱਢੀ ਸੀ, ਭਾਈ ਇਹ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇਸ ਚ ਪੇਪਰ ਪਬਲਿਸ਼ ਹੋਣਾ ਬਹੁਤ ਜ਼ਰੂਰੀ ਹੈ। ਉਹ ਇਸੇ ਰੀਜ਼ਨ ਕਰਕੇ ਕੱਢੀ ਸੀ, ਕਿਉਂਕਿ ਜਿਹੜੇ ਪੀਅਰ ਰਿਵਿਊਡ ਆਉਂਦੇ ਸੀਗੇ, ਲੋਕਾਂ ਨੇ ਆਪਣਾ ਵਧੀਆ ਕਮਾਈ ਦਾ ਸਾਧਨ ਬਣਾਇਆ ਹੋਇਆ ਸੀ ਵੀ ਪੇਪਰ ਲਿਖ ਦਿੰਦੇ ਸੀ, ਕੋਈ ਵੀ 4 ਲਾਈਨਾਂ ਇੱਧਰੋਂ ਕੱਟ ਕੇ 4 ਲਾਈਨਾਂ ਉੱਧਰੋਂ ਕੱਟ ਕੇ ਪੇਪਰ ਲਿਖਤਾ, ਤੁਹਾਡੇ ਤੋਂ ਪੈਸੇ ਲੈ ਲਏ, ਉਹਨੂੰ ਪਬਲਿਸ਼ ਕਰਤਾ। ਉਹ ਪਿਓਰਲੀ ਅਨਐਥੀਕਲ ਤੇ ਇਲੀਗਲ ਸੀਗਾ। ਤਾਂ ਹੀ ਕੇਅਰ ਲਿਸਟ ਆਈ ਨਾ, ਤਾਂ ਹੀ ਕੇਅਰ ਲਿਸਟ ਆਈ ਵੀ ਆਪਾਂ ਇਸ ਚੀਜ਼ ਨੂੰ ਕੰਟਰੋਲ ਕਰ ਸਕੀਏ। ਹੁਣ ਉਹ ਪ੍ਰੋਪਰ ਜਿਹੜੀ ਕੇਅਰ ਲਿਸਟ ਆਈ ਹੈ ਉਹ ਪ੍ਰੋਪਰ ਸਟੈਂਡਰਡਸ ਨੂੰ ਫੋਲੋ ਕਰਕੇ ਆਈ ਹੈ। ਉਸ ਚ ਪੇਪਰ ਉਹੀ ਛਪਦਾ ਹੈ ਜਿਹੜੇ ਉਹਨਾਂ ਯੂਜੀਸੀ ਕੇਅਰ ਲਿਸਟ ਦੀਆਂ ਜੋ ਕੰਡੀਸ਼ਨਸ ਹੈ, ਉਹਨਾਂ ਕੰਡੀਸ਼ਨਸ ਨੂੰ ਉਹ ਫੁੱਲਫਿਲ ਕਰਦੇ ਹੈ। ਸੋ ਇਹਨਾਂ ਚੀਜ਼ਾਂ ਜੇ ਤੁਸੀਂ ਕਰੋਗੇ ਤੇ ਜਿਹੜਾ ਤੁਹਾਡੇ ਤੋਂ ਪੈਸੇ ਲੈ ਕੇ ਜਾਂ ਤੁਹਾਡਾ ਕਿਸੇ ਡਾਟਾ ਬਣਾ ਕੇ ਕੁਝ ਹੋਰ ਹੀ ਲਿਖ ਦਿੰਦੇ ਆ, ਉਹ ਵੀ ਗਲਤ ਹੈ, ਇੱਕ ਅਨਐਥੀਕਲ ਤੇ ਇਲੀਗਲ ਹੈ। ਦੈਨ ਕੁਝ ਜਨਰਲ ਰਿਸਪੌਂਸਿਬਿਲਿਟੀਜ਼ ਹੈ ਆਥਰਸ ਦੀਆਂ। ਓਰੀਜਨੈਲਿਟੀ, ਜਿਹੜਾ ਵੀ ਤੁਸੀਂ ਕੋਈ ਕੰਮ ਕਰ ਰਹੇ ਹੋ ਉਹ ਪ੍ਰੋਪਰ ਓਰੀਜਨਲ, ਉਸਨੂੰ ਪ੍ਰੋਪਰ ਓਰੀਜਨਲ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਓਰੀਜਨਲ ਹੋਏਗਾ ਤਾਂ ਗੱਲ ਨਹੀਂ ਬਣਨੀ। ਗੁੱਡ ਰਿਕਾਰਡ ਕੀਪਿੰਗ ਐਂਡ ਮੇਨਟੇਨੈਂਸ ਆਫ ਦ ਡਾਟਾ, ਹੁਣ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਨੂੰ ਪ੍ਰੋਪਰ ਵੇ ਨਾਲ ਉਸ ਰਿਕਾਰਡ ਨੂੰ ਮੇਨਟੇਨ ਕਰਕੇ ਰੱਖੋ ਔਰ ਸਟੋਰ ਕਰਕੇ ਰੱਖੋ ਕਿਸੇ ਸਹੀ ਜਗ੍ਹਾ ਤੇ, ਤਾਂ ਜੋ ਕੱਲ ਨੂੰ ਜੇ ਲੋੜ ਪਏ ਤਾਂ ਉਹਨੂੰ ਆਪਾਂ ਠੀਕ ਦੁਬਾਰਾ ਚੱਕ ਸਕੀਏ। ਪਲੈਗਰਿਜ਼ਮ, ਅਗੇਨ ਪਹਿਲਾਂ ਵੀ ਆਪਾਂ ਡਿਸਕਸ ਕਰਕੇ ਹਟੇ ਹਾਂ, ਪਲੈਗਰਿਜ਼ਮ ਜਿੰਨਾ ਘਟਾ ਲਓਗੇ ਉਨਾ ਚੰਗਾ ਹੈ। ਹਰੇਕ ਆਰਗੇਨਾਈਜੇਸ਼ਨ ਦਾ, ਹਰੇਕ ਜਰਨਲਸ ਦਾ, ਹਰੇਕ ਯੂਨੀਵਰਸਿਟੀਜ਼ ਦਾ ਆਪਣਾ ਅਲੱਗ-ਅਲੱਗ ਪੈਟਰਨ ਹੈ ਵੀ ਕਿੰਨਾ ਕੁ ਪਲੈਗਰਿਜ਼ਮ ਉਹ ਅਸੈਪਟ ਕਰ ਸਕਦੇ ਹੈ, ਕਿਸ ਚੀਜ਼ ਦੇ ਵਿੱਚ ਵੀ ਇੰਨੇ ਪਰਸੈਂਟ ਇੰਟਰੋਡਕਸ਼ਨ ਦੇ ਵਿੱਚ ਜੇ ਥੀਸਿਸ ਆਪਾਂ ਲਿਖ ਰਹੇ ਹਾਂ ਤਾਂ ਇੰਨੇ ਪਰਸੈਂਟ ਥੀਸਿਸ ਦੇ ਵਿੱਚ, ਇੰਨੇ ਪਰਸੈਂਟ ਰਿਵਿਊ ਆਫ ਲਿਟਰੇਚਰ ਦੇ ਵਿੱਚ, ਇੰਨੇ ਪਰਸੈਂਟ ਰਿਸਰਚ ਦੇ ਵਿੱਚ, ਇੰਨਾ ਪਰਸੈਂਟ ਐਨਾਲਿਸਿਸ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਇਹ ਡਿਫਾਈਨਡ ਹੈ। ਜਿੰਨਾ ਪਲੈਗਰਿਜ਼ਮ ਘੱਟ ਹੋਏਗਾ ਉਨਾ ਹੀ ਆਪਣਾ ਪਬਲਿਸ਼ ਵਰਕ ਜਿਹੜਾ ਉਹ ਬੈਟਰ ਹੋਏਗਾ, ਬੈਸਟ ਹੋਏਗਾ। ਓਨੈਸਟੀ ਹੋਣੀ ਚਾਹੀਦੀ ਹੈ, ਆਬਜੈਕਟਿਵਿਟੀ ਐਂਡ ਇੰਟੀਗ੍ਰਿਟੀ ਹੋਣੀ ਚਾਹੀਦੀ ਹੈ। ਓਪਨਨੈਸ, ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਪ੍ਰੋਪਰ ਓਪਨਨੈਸ ਹੋਣੀ ਚਾਹੀਦੀ ਹੈ। ਰਿਸਪੈਕਟ ਫॉर द ਇੰਟੈਲੈਕਚੁਅਲ ਪ੍ਰਾਪਰਟੀ, ਹੁਣ ਜੇ ਤੁਸੀਂ ਕੋਈ ਫॉर ਐਗਜ਼ਾਮਪਲ ਕੋਈ ਤੁਸੀਂ ਪੇਟੈਂਟਸ ਲੈ ਰਹੇ ਹੋ, ਠੀਕ ਹੈ ਨਾ, ਜਾਂ ਕਾਪੀ ਰਾਈਟਿੰਗ ਹੈ ਜਾਂ ਪੇਪਰ ਰਾਈਟਿੰਗ ਪੇਟੈਂਟਸ ਹੈ। ਪੇਟੈਂਟਸ ਜੋ ਤੁਹਾਨੂੰ ਚੀਜ਼ ਕਹਿੰਦੀਆਂ ਨੇ ਵੀ ਆਹ ਚੀਜ਼ ਹੋਣੀ ਚਾਹੀਦੀ ਹੈ, ਉਸ ਚੀਜ਼ ਨੂੰ ਫੋਲੋ ਕਰੋ। ਮੀਨਸ ਜੋ ਉਹਨਾਂ ਦੇ ਸਟੈਂਡਰਡਸ ਹੈ ਉਹਨਾਂ ਸਟੈਂਡਰਡਸ ਨੂੰ ਫੋਲੋ ਕਰਨਾ ਸਾਡੀ ਜ਼ਿੰਮੇਵਾਰੀ ਹੈ। ਕਾਪੀਰਾਈਟ ਦੇ ਐਗਰੀਮੈਂਟ ਜਿਹੜੇ ਆ ਉਹ ਪ੍ਰੋਪਰ ਹੋਣ। ਡਿਸਕਲੋਜ਼ਰ ਜਿਹੜੇ ਤੁਸੀਂ ਕਰਨੇ ਆ, ਕੀ ਡਿਸਕਲੋਜ਼ ਕਰਨਾ ਚਾਹੁੰਦੇ ਹੋ ਉਹ ਪ੍ਰੋਪਰਲੀ ਉੱਥੇ ਡਿਫਾਈਨਡ ਹੋਣ।
ਕੰਸੈਂਟ ਫॉर ਰੀਯੂਜ਼ ਆਫ ਦਾ ਪਬਲਿਸ਼ ਮਟੀਰੀਅਲ, ਪ੍ਰੋਪਰ ਕੰਸੈਂਟ ਹੋਵੇ ਜਿਹੜਾ ਤੁਸੀਂ ਕੰਮ ਕੀਤਾ ਨੂੰ ਆਪਾਂ ਦੁਬਾਰਾ ਰੀਯੂਜ਼ ਕਰ ਸਕੀਏ। ਕੌਨਫੀਡੈਂਸ਼ਲੀ ਹੋਣਾ ਚਾਹੀਦਾ ਹੈ। ਰਿਸਪੌਂਸਿਬਲ ਪਬਲੀਕੇਸ਼ਨ, ਜਿਹੜੀ ਪਬਲੀਕੇਸ਼ਨ ਵੀ ਹੋ ਰਹੀ ਹੈ ਉਹ ਪ੍ਰੋਪਰ ਰਿਸਪੌਂਸਿਬਲ ਹੋਣੀ ਚਾਹੀਦੀ ਵੀ ਇਹ ਚੀਜ਼ ਹੋ ਰਹੀ ਹੈ। ਪਬਲਿਕ ਅਨਾਉਂਸਮੈਂਟਸ ਆਫ ਦਾ ਨਿਊ ਰਿਜ਼ਲਟ, ਜਿਹੜੇ ਵੀ ਕੋਈ ਰਿਜ਼ਲਟਸ ਹੋ ਰਹੇ ਹੈ ਉਹਨਾਂ ਦੀਆਂ ਪਬਲਿਕ ਅਨਾਉਂਸਮੈਂਟਸ ਹੈ, ਰਾਈਟ। ਹਾਂ, ਜਿਹੜਾ ਕੰਮ ਤੁਸੀਂ ਕਰ ਲਿਆ ਹਲੇ ਤੱਕ ਪਬਲਿਸ਼ ਨਹੀਂ ਹੋਇਆ ਉਹਨੂੰ ਨਹੀਂ ਅਨਾਉਂਸ ਕਰਨਾ। ਜਿਹੜਾ ਕੰਮ ਪਬਲਿਸ਼ ਆਪਣੇ ਪਬਲੀਕੇਸ਼ਨ ਦਾ ਮਤਲਬ ਹੀ ਇਹ ਹੈ ਨਾ, ਜੋ ਕੰਮ ਤੁਸੀਂ ਕੀਤਾ ਉਹਨੂੰ ਆਪਾਂ ਅਨਾਉਂਸ ਕਰਨਾ। ਜਿਹੜਾ ਕੰਮ ਹੋਇਆ ਹੀ ਨਹੀਂ, ਹਲੇ ਪਬਲਿਸ਼ ਹੀ ਨਹੀਂ ਹੋਇਆ, ਬਣ ਗਿਆ ਪਰ ਹਲੇ ਪਬਲਿਸ਼ ਨਹੀਂ ਹੋਇਆ, ਉਹਨੂੰ ਆਪਾਂ ਇੱਕਦਮ ਪਬਲਿਕ ਦੇ ਵਿੱਚ ਜਾ ਕੇ ਅਨਾਉਂਸਮੈਂਟ ਨਹੀਂ ਕਰਨੀ, ਕਿਉਂਕਿ ਪਬਲਿਸ਼ਿੰਗ ਕਰਦੇ ਕਰਦੇ ਵੀ ਆਪਾਂ ਨੂੰ ਕਈ ਵਾਰੀ ਉਸ ਚੇਂਜਸ ਕਰਨੀਆਂ ਪੈ ਸਕਦੀਆਂ। ਸੋ ਇਹ ਚੀਜ਼ ਧਿਆਨ ਰੱਖੋ, ਜਦ ਪਬਲਿਕ ਅਨਾਉਂਸਮੈਂਟ ਆਫ ਦਾ ਨਿਊ ਰਿਜ਼ਲਟਸ, ਤਾਂ ਜਦ ਜਿਹੜੀ ਚੀਜ਼ ਹਜੇ ਤੱਕ ਪਬਲਿਸ਼ ਨਹੀਂ ਹੋਈ ਉਹਨੂੰ ਆਪਾਂ ਪਹਿਲਾਂ ਹੀ ਆਪਾਂ ਉਹਨੂੰ ਡਿਕਲੇਅਰ ਨਹੀਂ ਕਰ ਸਕਦੇ। ਇਹ ਆਪਣੀਆਂ ਕੁਝ ਰਿਸਪੌਂਸਿਬਿਲਿਟੀਜ਼ ਹੈ ਬੀਇੰਗ ਅ ਆਥਰ। ਸੋ ਥੈਂਕ ਯੂ। ਨੈਕਸਟ ਮੋਡਿਊਲ ਦੇ ਵਿੱਚ ਆਪਾਂ ਅਗਲੇ ਜਿਹੜੇ ਪਾਰਟਸ ਹੈ ਉਹਨਾਂ ਨੂੰ ਡਿਸਕਸ ਕਰਾਂਗੇ। ਸੋ ਥੈਂਕਸ ਫॉर ਬੀਇੰਗ ਦ ਪੇਸ਼ੈਂਸ ਆਡੀਅੰਸ। ਥੈਂਕ ਯੂ, ਥੈਂਕਸ ਅ ਲੋਟ।